ਹੈਲੋ ਸਟੂਡੈਂਟਸ, ਗੁੱਡ ਮਾਰਨਿੰਗ ਟੂ ਆਲ ਆਫ ਯੂ। ਲੈਟਸ ਲਰਨ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਡਿਸਕਸ ਕਰਾਂਗੇ ਚੈਪਟਰ ਨੰਬਰ 14 ਦੀ ਬੈਕ ਐਕਸਰਸਾਈਜ਼ ਤੇ ਕੁਝ ਕੁਐਸਚਨ ਆਨਸਰ ਜੋ ਨੇ। ਠੀਕ ਹੈ, ਸੋ ਸਟਾਰਟ ਕਰਦੇ ਹਾਂ। ਦ ਡਿਵਾਈਸ ਯੂਜ਼ ਟੂ ਪ੍ਰੀਵੈਂਟ ਦ ਫਲੋ ਆਫ ਐਕਸੈਸ ਕਰੰਟ ਇਨ ਦ ਸਰਕਟ ਇਜ਼। ਠੀਕ ਹੈ, ਇਹਦਾ ਆਨਸਰ ਕੀ ਆਏਗਾ? ਸਵਿਚ ਆਏਗਾ। ਠੀਕ ਹੈ, ਜਿਹੜੀ ਡਿਵਾਈਸ ਪ੍ਰੀਵੈਂਟ ਕਰਦੀ ਆ, ਰੋਕਦੀ ਆ ਫਲੋ, ਜਿਹੜਾ ਕਰੰਟ ਦਾ ਫਲੋ ਆ ਉਹਨੂੰ ਸਰਕਟ ਦੇ ਵਿੱਚੋਂ, ਉਹ ਸਵਿਚ ਦੇ ਥਰੂ ਹੀ ਆਪਾਂ ਕੰਟਰੋਲ ਕਰ ਸਕਦੇ ਹਾਂ। ਠੀਕ ਹੈ, ਸੋ ਉਸ ਤੋਂ ਬਾਅਦ ਨੈਕਸਟ ਹੈਗਾ ਆ ਵਾਇਰ ਟਵਿਸਟਡ ਮੈਨੀ ਟਾਈਮਸ ਇਨ ਦਾ ਫਾਰਮ ਆਫ ਸਰਕਲ ਇਜ਼ ਕਾਲਡ। ਜਿਹਦੇ ਵਿੱਚ ਜਿਹੜੀ ਵਾਇਰ ਆ ਟਵਿਸਟ ਹੁੰਦੀ ਆ, ਮਤਲਬ ਇੱਕ ਦੂਜੇ ਦੇ ਉੱਤੇ ਟਵਿਸਟ ਹੋਈ ਹੁੰਦੀ ਆ ਸਰਕਲ ਦੀ ਟਾਈਪ, ਸਰਕਲ ਦੇ ਵਾਂਗ। ਠੀਕ ਹੈ, ਉਹਨੂੰ ਆਪਾਂ ਕੀ ਬੋਲ ਦਿੰਦੇ ਆ? ਉਹਨੂੰ ਬੋਲ ਦਿੰਦੇ ਕੋਲ। ਠੀਕ ਹੈ, ਨੈਕਸਟ ਉਸ ਤੋਂ ਬਾਅਦ ਹੈਗਾ ਦ ਥਿਨ ਵਾਇਰ ਸੀਨ ਇਨਸਾਈਡ ਅ ਬਲਬ ਇਜ਼। ਜਿਹੜੀ ਥਿਨ ਵਾਇਰ ਹੁੰਦੀ ਹੈ ਬਲਬ ਦੇ ਵਿੱਚ, ਉਹਨੂੰ ਫਿਲਾਮੈਂਟ ਬੋਲਦੇ ਆ। ਇਹ ਪਿਛਲੀ ਕਲਾਸ ਦੇ ਵਿੱਚ ਵੀ ਆਪਾਂ ਪੜ੍ਹਿਆ ਸੀ। ਨੈਕਸਟ ਹੈਗਾ ਹੈ ਵਿਚ ਆਫ ਦੀਜ਼ ਡਜ਼ ਨਾਟ ਯੂਜ਼ ਦ ਮੈਗਨੈਟਿਕ ਇਫੈਕਟ ਆਫ ਇਲੈਕਟ੍ਰਿਕ ਕਰੰਟ। ਕਿਹੜੀ ਮਤਲਬ ਕਿ ਮੈਗਨੈਟਿਕ ਇਫੈਕਟ ਆਫ ਇਲੈਕਟ੍ਰਿਕ ਕਰੰਟ ਨਹੀਂ ਯੂਜ਼ ਕੀਤਾ ਜਾਂਦਾ? ਇਹਦੇ ਵਿੱਚ ਆ ਜਾਣਾ ਇਲੈਕਟ੍ਰਿਕ ਓਵਨ ਦੇ ਵਿੱਚ। ਠੀਕ ਹੈ, ਮੈਗਨੈਟਿਕ ਇਫੈਕਟ ਜਿਹੜਾ ਨਹੀਂ ਯੂਜ਼ ਹੁੰਦਾ ਹੈਗਾ। ਨੈਕਸਟ ਹੈਗਾ ਵੈਨ ਅ ਮੈਗਨੈਟਿਕ ਕੰਪਾਸ ਇਜ਼ ਬੌਟ ਨੀਅਰ ਆ ਕਰੰਟ। ਜਦੋਂ ਕਹਿੰਦੇ ਮੈਗਨੈਟਿਕ ਕੰਪਾਸ ਨੂੰ ਨੀਅਰ ਕੀਤਾ ਜਾਂਦਾ ਹੈ ਕਰੰਟ ਕੈਰਿੰਗ ਵਾਇਰ ਦੇ ਵਿੱਚੋਂ, ਦੈਨ ਇਹ ਕੀ ਕਰਦੇ ਆ? ਇਟ ਡਿਫਲੈਕਟ ਦ ਮੈਗਨੈਟਿਕ ਨੀਡਲਸ। ਇਹ ਡਿਫੈਕਟ ਕਰਦੇ ਆ ਮੈਗਨੈਟਿਕ ਜਿਹੜੀ ਨੀਡਲ ਨੂੰ। ਨੈਕਸਟ ਹੈਗਾ ਦ ਅਟਰੈਕਸ਼ਨ ਆਫ ਆਇਰਨ ਫਿਲਿੰਗ ਨੀਅਰ ਦ ਪੋਲਸ ਆਫ ਮੈਗਨੇਟ ਇਜ਼ ਸਟਰੋਂਗੈਸਟ। ਜਦੋਂ ਮਤਲਬ ਕਿ ਕਿਸੇ ਵੀ ਲੋਹੇ ਦੀ ਛੜ ਹੋ ਜਾਊਗੀ ਜਾਂ ਫਿਰ ਲੋਹੇ ਦੀ ਕੋਈ ਚੀਜ਼, ਜਦੋਂ ਉਹਨੂੰ ਆਪਾਂ ਕਿਸੇ ਵੀ ਮੈਗਨੇਟ ਦੇ ਕੋਲ ਲਿਜਾਂਦੇ ਹਾਂ, ਦੈਨ ਉਹਨਾਂ ਦੀ ਜਿਹੜੀ ਸਟਰੈਂਥ ਆ, ਅਟਰੈਕਸ਼ਨ ਆ ਜਿਹੜੀ, ਉਹ ਕੀ ਹੋ ਜਾਂਦੀ? ਸਟਰੋਂਗੈਸਟ ਹੋ ਜਾਂਦੀ ਆ, ਹਾਈਐਸਟ ਹੋ ਜਾਂਦੀ ਹੈ। ਠੀਕ ਹੈ, ਨੈਕਸਟ ਉਸ ਤੋਂ ਬਾਅਦ ਦੇਖੋ ਫਿਲ ਇਨ ਬਲੈਂਕਸ। ਫਸਟ ਹੈਗਾ ਆ ਐਨ ਇਲੈਕਟ੍ਰਿਕ ਸੈੱਲ ਹੈਜ਼ ਟੂ ਟਰਮੀਨਲ। ਇਲੈਕਟ੍ਰਿਕ ਸੈੱਲ ਦੇ ਦੋ ਟਰਮੀਨਲ ਹੁੰਦੇ ਆ। ਠੀਕ ਹੈ, ਇੱਕ ਪੋਜ਼ੀਟਿਵ ਇੱਕ ਨੈਗੇਟਿਵ, ਦੋ ਟਰਮੀਨਲ ਹੁੰਦੇ ਆ। ਠੀਕ ਹੈ, ਨੈਕਸਟ ਉਸ ਤੋਂ ਬਾਅਦ ਆ ਗਿਆ ਇਫ ਦਾ ਇਲੈਕਟ੍ਰਿਕ ਕਰੰਟ ਇਜ਼ ਡਿਪਿਕਟਡ ਬਾਈ ਯੂਜ਼ਿੰਗ ਦਾ ਸਿੰਬਲ ਇਟ ਇਜ਼ ਕਾਲਡ ਸਰਕਟ ਡਾਇਗਰਾਮ। ਜਿਹਦੇ ਵਿੱਚ ਮਤਲਬ ਕਿ ਇਲੈਕਟ੍ਰਿਕ ਸਰਕਟ ਨੂੰ ਦਿਖਾਇਆ ਜਾਂਦਾ ਹੈ ਸਿੰਬਲਸ ਦੇ ਥਰੂ। ਠੀਕ ਹੈ, ਉਹਨੂੰ ਕੀ ਬੋਲਦੇ ਆ ਆਪਾਂ? ਸਰਕਟ ਡਾਇਗਰਾਮ। ਲਾਈਕ ਪੋਲ ਆਫ ਮੈਗਨੇਟ ਰਿਪੈਲ ਈਚ ਅਦਰ। ਜਿਹੜੇ ਲਾਈਕ ਪੋਲ ਆ ਇੱਕ ਦੂਜੇ ਨੂੰ ਕੀ ਕਰਦੇ ਆ? ਪਿੱਛਾ ਹਟਾਉਂਦੇ ਆ, ਰਿਪੈਲ ਕਰਦੇ ਆ। ਐਂਡ ਅਨਲਾਈਕ ਪੋਲ ਜਿਹੜੇ ਆ ਉਹ ਅਟਰੈਕਟ ਕਰਦੇ ਇੱਕ ਦੂਜੇ ਨੂੰ। ਮਤਲਬ ਜੇ ਨਾਰਥ ਹੋਊਗਾ ਦੈਨ ਉਹਨਾਂ ਨੇ ਰਿਪੈਲ ਕਰਨਾ ਹੈ, ਜੇ ਨਾਰਥ ਸਾਊਥ ਹੋਊਗਾ ਉਹਨਾਂ ਨੇ ਅਟਰੈਕਟ ਕਰਨਾ ਇੱਕ ਦੂਜੇ ਨੂੰ। ਨੈਕਸਟ ਹੈਗਾ ਡੈਸ਼ ਆਰ ਯੂਜ਼ ਟੂ ਓਪਨ ਐਂਡ ਕਲੋਜ਼ ਦਾ ਸਰਕਟ। ਯਾਨੀ ਕਿ ਇਲੈਕਟ੍ਰਿਕ ਸਰਕਟ ਜਿਹੜਾ ਯੂਜ਼ਡ ਕੀਤਾ ਜਾਂਦਾ ਹੈ ਓਪਨ ਅਤੇ ਕਲੋਜ਼ ਸਰਕਟ ਦੇ ਲਈ। ਨੈਕਸਟ ਉਸ ਤੋਂ ਬਾਅਦ ਹੈਗਾ ਹੈਂਸ ਕ੍ਰਿਸਟਨ ਸੀਗਾ, ਜਿਹੜਾ ਮਤਲਬ ਕਿ ਜਿਹਨੇ ਮੈਗਨੈਟਿਕ ਇਫੈਕਟ ਆਫ ਇਲੈਕਟ੍ਰਿਕ ਕਰੰਟ ਜਿਹੜਾ ਸਭ ਤੋਂ ਪਹਿਲਾਂ ਫਾਊਂਡ ਕੀਤਾ। ਅ ਬਲਬ ਇਜ਼ ਫਿਲਡ ਵਿਦ ਅ ਆਰਗਨ ਗੈਸ। ਬਲਬ ਦੇ ਵਿੱਚ ਕਿਹੜੀ ਗੈਸ ਭਰੀ ਜਾਂਦੀ? ਆਰਗਨ ਗੈਸ ਭਰੀ ਜਾਂਦੀ ਹੈ। ਠੀਕ ਹੈ, ਅ ਡੈਸ਼ ਇਜ਼ ਯੂਜ਼ ਟੂ ਪ੍ਰੀਵੈਂਟ ਦਾ ਫਲੋ ਆਫ ਐਕਸੈਸ ਕਰੰਟ ਇਨ ਸਰਕਟ। ਰਜਿਸਟਰ ਜਿਹੜੇ ਆ ਉਹ ਪ੍ਰੀਵੈਂਟ ਕਰਦੇ ਆ ਜਿਹੜਾ ਕਰੰਟ ਦਾ ਫਲੋ ਆ। ਠੀਕ ਹੈ, ਸਰਕਟ ਦੇ ਵਿੱਚ ਆਉਂਦਾ ਹੈ। ਦੇਖੋ ਪਹਿਲਾਂ ਆਪਾਂ ਸਵਿਚ ਪੜ੍ਹਿਆ ਸੀ, ਬਟ ਉਹਦੇ ਵਿੱਚ ਦੇਖੋ ਸਵਿਚ ਵੀ ਆ ਸਕਦਾ ਹੈ, ਬਟ ਇਹਦੇ ਵਿੱਚ ਆਪਣੇ ਕੋਲ ਸਵਿਚ ਰਜਿਸਟਰ ਦੀ ਆਪਸ਼ਨ ਨਹੀਂ ਸੀਗੀ, ਸੋ ਤਾਂ ਕਰਕੇ ਸਵਿਚ ਆਪਾਂ ਸੈਕਿੰਡ ਪ੍ਰੈਫਰੈਂਸ ਆਪਾਂ ਸਵਿਚ ਨੂੰ ਦੇ ਦਿੱਤੀ। ਬਟ ਫਸਟ ਪ੍ਰੈਫਰੈਂਸ ਜਿਹੜੀ ਰਜਿਸਟਰ ਨੂੰ ਹੀ ਆਏਗੀ। ਰਜਿਸਟਰ ਦੇ ਥਰੂ ਅਸੀਂ ਪ੍ਰੀਵੈਂਟ ਕਰ ਸਕਦੇ ਹਾਂ ਫਲੋ ਆਫ ਕਰੰਟ ਨੂੰ। ਠੀਕ ਹੈ, ਨੈਕਸਟ ਉਸ ਤੋਂ ਬਾਅਦ ਹੈ ਡੈਸ਼ ਇਜ਼ ਯੂਜ਼ ਟੂ ਮੇਕ ਇਲੈਕਟ੍ਰੋ ਮੈਗਨੇਟਸ। ਆਇਰਨ ਜਿਹੜੀ ਯੂਜ਼ ਕੀਤੀ ਜਾਂਦੀ ਹੈ ਬਣਾਉਣ ਦੇ ਲਈ ਇਲੈਕਟ੍ਰੋਮੈਗਨੇਟਸ ਜਿਹੜੇ ਲੋਹੇ ਨੂੰ। ਉਸ ਤੋਂ ਬਾਅਦ ਆ ਗਿਆ ਮੈਗਨੇਟਸ ਆਰ ਯੂਜ਼ਡ ਇਨ ਟੋਏ ਕਾਰਸ। ਮੈਗਨੇਟਸ ਜਿਹੜੇ ਟੋਏ ਕਾਰ 'ਚ ਵੀ ਯੂਜ਼ ਕੀਤੇ ਜਾਂਦੇ ਆ। ਯੈਸ, ਉਸ ਤੋਂ ਬਾਅਦ ਫਿਊਜ਼ ਆਰ ਮੇਡ ਆਫ ਅਲਾਉਜ਼ ਵਿਦ ਹਾਈ ਮੈਲਟਿੰਗ ਪੁਆਇੰਟਸ। ਜਿਹੜੇ ਫਿਊਜ਼ ਦੇ ਵਿੱਚ ਫਿਊਜ਼ ਹੁੰਦੇ ਆ ਉਹ ਕਹਿੰਦੇ ਹਾਈ ਮੈਲਟਿੰਗ ਪੁਆਇੰਟਸ ਨੂੰ ਅਲਾਉ ਕਰਦੇ ਆ। ਇਹ ਨਹੀਂ, ਗਲਤ ਹੈ ਇਹਦਾ ਆਨਸਰ। ਇਲੈਕਟ੍ਰਿਕ ਬੈਲ ਵਰਕਸ ਔਨ ਦਾ ਪ੍ਰਿੰਸੀਪਲ ਆਫ ਮੈਗਨੈਟਿਜ਼ਮ। ਜਿਹੜੀ ਇਲੈਕਟ੍ਰਿਕ ਬੈਲ ਆ ਉਹ ਕਿਹਦੇ ਪ੍ਰਿੰਸੀਪਲ 'ਤੇ ਵਰਕ ਕਰਦੀ ਹੈ? ਇਲੈਕਟ੍ਰੋਮੈਗਨਿਜ਼ਮ ਦੀ। ਹਾਂਜੀ, ਆਪਾਂ ਪੜ੍ਹਿਆ ਵੀ ਸੀਗਾ, ਸੋ ਇਹਦਾ ਆਨਸਰ ਕੀ ਆਏਗਾ? ਸਹੀ। ਇਲੈਕਟ੍ਰੋਮੈਗਨੇਟ ਅਟਰੈਕਟ ਆਇਰਨ ਨੇਲਸ ਵੈਨ ਇਟ ਇਜ਼ ਕਰੰਟ ਇਜ਼ ਸਵਿਚ ਆਫ। ਜਦੋਂ ਸਵਿਚ ਹੀ ਆਫ ਕਰ ਦਿੱਤਾ ਦੈਨ ਆਇਰਨ ਨੇਲ ਨੇ ਇਲੈਕਟ੍ਰੋਮੈਗਨੇਟਸ ਨੂੰ ਅਟਰੈਕਟ ਨਹੀਂ ਕਰਨਾ ਹੈਗਾ, ਸੋ ਇਹਦਾ ਆਨਸਰ ਫਾਲਸ ਆਏਗਾ। ਅ ਕਰੰਟ ਕੈਰਿੰਗ ਵਾਇਰ ਕੈਨ ਡਿਫੈਕਟ ਆ ਮੈਗਨੈਟਿਕ ਨੀਡਲਸ। ਜਿਹੜੀ ਕਰੰਟ ਜਦੋਂ ਕੈਰੀ ਹੁੰਦਾ ਹੈ ਵਾਇਰ ਦੇ ਵਿੱਚੋਂ, ਉਹ ਡਿਫਲੈਕਟ ਹੁੰਦਾ ਹੈ ਕਿਹਦੇ ਥਰੂ? ਮੈਗਨੈਟਿਕ ਨੀਡਲ ਦੇ ਥਰੂ। ਠੀਕ ਹੈ, ਸਟਰੈਂਥ ਆਫ ਇਲੈਕਟ੍ਰੋਮੈਗਨੇਟਸ ਕੈਨ ਵੀ ਇਨਕਰੀਜ਼ਡ ਬਾਈ ਇਨਕਰੀਜ਼ਿੰਗ ਦਾ ਕਰੰਟ। ਜਦੋਂ ਮਤਲਬ ਕਿ ਇਹਦੀ ਸਟਰੈਂਥ ਜਿਹੜੀ ਇਲੈਕਟ੍ਰੋਮੈਗਨੇਟਸ ਦੀ ਆ ਉਹ ਵੱਧ ਜਾਂਦੀ ਹੈ, ਇਨਕਰੀਜ਼ ਹੋ ਜਾਂਦੀ ਹੈ ਜਦੋਂ ਉਹਦੇ ਵਿੱਚੋਂ ਦੀ ਕਰੰਟ ਲੰਘਾਇਆ ਜਾਂਦਾ। ਠੀਕ ਹੈ, ਇਹ ਵੀ ਆਨਸਰ ਸਹੀ ਆਏਗਾ। ਉਸ ਤੋਂ ਬਾਅਦ ਨੈਕਸਟ ਦੇਖੋ, ਨੈਕਸਟ ਇਹਦੇ ਵਿੱਚ ਮੈਚਅਪਸ ਨੇ, ਇਹ ਮੈਂ
ਕੀਤੀਆਂ ਨਹੀਂ ਹੋਈਆਂ ਹੈਗੀਆਂ, ਇਹ ਬਾਅਦ ਵਿੱਚ ਕਰਾ ਦੇਵਾਂਗੇ ਆਪਾਂ 4th। ਠੀਕ ਹੈ, ਉਸ ਤੋਂ ਬਾਅਦ ਆ ਗਿਆ ਕੁਐਸਚਨ ਆਨਸਰ। ਇਹ ਵੀ ਇਹ ਪਾਰਟ ਨਹੀਂ ਕਰਨਾ ਆਪਾਂ। 6th ਪਾਰਟ ਦੇਖੋ, ਵੈਰੀ ਸ਼ਾਰਟ ਆਨਸਰਸ ਜਿਹੜੇ ਨੇ ਉਹ ਆਪਾਂ ਡਿਸਕਸ ਕਰ ਲੈਂਦੇ ਹਾਂ। ਦੇਖੋ ਫਸਟ ਹੈਗਾ ਵਟ ਡੂ ਯੂ ਕਾਲ ਦਾ ਫਲੋ ਆਫ ਇਲੈਕਟ੍ਰਿਕ ਚਾਰਜ। ਆਪਾਂ ਕੀ ਬੋਲਦੇ ਹਾਂ ਫਲੋ ਆਫ ਇਲੈਕਟ੍ਰਿਕ ਚਾਰਜ ਨੂੰ? ਇਲੈਕਟ੍ਰਿਕ ਕਰੰਟ ਬੋਲਦੇ ਹਾਂ, ਜਿਹਦੇ ਮਤਲਬ ਕਿ ਇਲੈਕਟ੍ਰਿਕ ਕਰੰਟ ਹੀ ਫਲੋ ਹੁੰਦਾ ਹੈ। ਠੀਕ ਹੈ, ਸੋ ਇਹਦਾ ਆਨਸਰ ਆਏਗਾ ਇਲੈਕਟ੍ਰਿਕ ਕਰੰਟ। ਨੈਕਸਟ ਹੈਗਾ ਵਟ ਇਜ਼ ਦ ਸੋਰਸ ਆਫ ਇਲੈਕਟ੍ਰਿਕ ਕਰੰਟ ਇਨ ਟਾਰਚ। ਦੇਖੋ ਸੋਰਸ ਕਿਹੜਾ ਹੈ, ਸਾਧਨ ਕਿਹੜਾ ਹੈ ਇਲੈਕਟ੍ਰਿਕ ਕਰੰਟ ਦਾ? ਇੱਕ ਤਾਂ ਹੈਗਾ ਸੈੱਲ, ਇੱਕ ਹੈਗੀ ਬੈਟਰੀ। ਬੈਟਰੀ ਦੇ ਥਰੂ ਵੀ ਆਪਾਂ ਮਤਲਬ ਕੋਈ ਵੀ ਸਰਕਟ ਜਿਹੜਾ ਚਲਾ ਸਕਦੇ ਜਾਂ ਫਿਰ ਕੋਈ ਸੈੱਲ ਹੋਵੇ ਉਹਦੇ ਥਰੂ ਚਲਾ ਸਕਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਨੇਮ ਐਨੀ 4 ਐਪਲੀਐਂਸ ਵਿਚ ਵਰਕ ਔਨ ਦਾ ਪ੍ਰਿੰਸੀਪਲ ਆਫ ਹੀਟਿੰਗ ਇਫੈਕਟ ਆਫ ਕਰੰਟ। 4 ਐਪਲੀਐਂਸ ਦੱਸਣੇ ਆ ਜਿਹੜੇ ਵਰਕ ਕਰਦੇ ਆ ਹੀਟਿੰਗ ਇਫੈਕਟ ਆਫ ਕਰੰਟ ਦੇ ਲਈ। ਦੇਖੋ ਇਲੈਕਟ੍ਰਿਕ ਆਪਣੇ ਕੋਲ ਕਾਫੀ ਜਿੱਦਾਂ ਇਲੈਕਟ੍ਰਿਕਸ ਦੇ ਓਵਨ ਹੁੰਦੇ ਆ। ਠੀਕ ਹੈ, ਰੂਮ ਹੀਟਰਸ ਹੁੰਦੇ ਆ। ਸੋ ਇੱਦਾਂ ਦੀਆਂ ਤੁਸੀਂ ਐਗਜ਼ਾਮਪਲਸ ਜਿਹੜੀਆਂ ਦੇ ਸਕਦੇ ਆ, ਇਹ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਠੀਕ ਹੈ, ਨੈਕਸਟ ਤੋਂ ਬਾਅਦ ਨੇਮ ਸਮ ਡਿਵਾਈਸਿਸ ਵੇਅਰ ਮੈਗਨੈਟਿਕ ਇਫੈਕਟ ਆਫ ਇਲੈਕਟ੍ਰਿਕ ਕਰੰਟ ਇਜ਼ ਯੂਜ਼ਡ। ਜਿੱਥੋਂ ਮਤਲਬ ਕਿ ਇਲੈਕਟ੍ਰਿਕ ਕਰੰਟ ਜਿਹੜਾ ਆ ਪਾਸ ਹੁੰਦਾ ਆ, ਇਲੈਕਟ੍ਰਿਕ ਕਰੰਟ ਜਿੱਥੇ ਯੂਜ਼ਡ ਹੁੰਦਾ ਆ ਉਹਦੇ ਨਾਮ ਦੱਸਣੇ, ਉਹਨਾਂ ਦੇ ਸਮ ਡਿਵਾਈਸਿਸ ਦੱਸਣੇ। ਦੇਖੋ ਜਿੱਦਾਂ ਫੈਨ, ਮੋਟਰਸ ਹੋ ਗਿਆ, ਰੇਡੀਓ ਹੋ ਗਿਆ, ਟੈਲੀਵਿਜ਼ਨ ਹੋ ਗਿਆ। ਠੀਕ ਹੈ, ਇਹ ਡਿਵਾਈਸਿਸ ਆ। ਠੀਕ ਹੈ, ਜਿਨ੍ਹਾਂ ਵਿੱਚ ਇਲੈਕਟ੍ਰਿਕ ਕਰੰਟ ਪਾਸ ਹੁੰਦਾ ਹੈ। ਨੇਮ ਦਾ ਐਲੀਮੈਂਟਸ ਫਰੋਮ ਵਿਚ ਦਾ ਫਿਲਾਮੈਂਟ ਆਫ ਇਲੈਕਟ੍ਰਿਕ ਬਲਬ ਇਜ਼ ਮੇਡ। ਜਿਹੜਾ ਮਤਲਬ ਕਿ ਉਸ ਐਲੀਮੈਂਟ ਦਾ ਨਾਮ ਦੱਸਣਾ ਹੈ ਜਿਹਦੇ ਥਰੂ ਜਿਹੜਾ ਹੈ ਫਿਲਾਮੈਂਟ ਜਿਹੜਾ ਹੁੰਦਾ ਹੈ ਇਲੈਕਟ੍ਰਿਕ ਬਲਬ ਦਾ ਉਹ ਬਣਦਾ ਹੈ। ਠੀਕ ਹੈ, ਉਹਨੂੰ ਕੀ ਬੋਲਦੇ ਆ? ਟੰਗਸਟਨ। ਨੈਕਸਟ 6 ਨਹੀਂ ਕਰਨਾ ਅਸੀਂ ਕੁਐਸਚਨ। 7 ਦੇਖੋ, 7 ਦਾ ਆਨਸਰ ਹੈਗਾ ਵਟ ਟਾਈਪਸ ਆਫ ਮੈਗਨੇਟ ਇਜ਼ ਯੂਜ਼ਡ ਇਨ ਅ ਇਲੈਕਟ੍ਰਿਕ ਬੈਲ। ਇਲੈਕਟ੍ਰਿਕ ਬੈਲ ਦੇ ਵਿੱਚ ਕਿਹੜਾ ਮੈਗਨੇਟ ਯੂਜ਼ ਕੀਤਾ ਜਾਂਦਾ? ਇਲੈਕਟ੍ਰੋਮੈਗਨੇਟ ਯੂਜ਼ ਕੀਤਾ ਜਾਂਦਾ ਹੈ ਬੈਲ ਦੇ ਵਿੱਚ, ਇਲੈਕਟ੍ਰਿਕ ਬੈਲ ਦੇ ਵਿੱਚ। ਵਟ ਇਜ਼ ਅ ਫੁੱਲ ਫਾਰਮ ਆਫ MEV। MEV ਦੀ ਫੁੱਲ ਫਾਰਮ ਹੈਗੀ ਆ ਮਿਨੀਏਚਰ ਸਰਕਟ ਬ੍ਰੇਕਰ। ਠੀਕ ਹੈ, ਨੇਮ ਅ ਨॉन ਮੈਟਲ ਵਿਚ ਕੰਡਕਟ ਇਲੈਕਟ੍ਰਿਸਿਟੀ। ਦੇਖੋ ਜਿਹੜੀ ਨॉन ਮੈਟਲ ਦਾ ਨਾਮ ਦੱਸਣਾ ਹੈ, ਅਧਾਤ ਦਾ ਨਾਮ ਦੱਸਣਾ ਹੈ ਜਿਹੜੀ ਕੰਡਕਟ ਕਰਦੀ ਇਲੈਕਟ੍ਰਿਸਿਟੀ ਨੂੰ, ਗ੍ਰੈਫਾਈਟ। ਠੀਕ ਹੈ, ਸੋ ਇਹ ਸੀਗੇ ਆਨਸਰ, ਦੇਖ ਲਓ ਤੁਸੀਂ। ਠੀਕ ਹੈ, ਫਸਟ ਦਾ ਇਲੈਕਟ੍ਰਿਕ ਕਰੰਟ ਆਉਣਾ, ਸੈਕਿੰਡ ਦਾ ਸੈੱਲ ਔਰ ਬੈਟਰੀ ਆਉਣਾ, ਥਰਡ ਦਾ ਆਉਣਾ ਹੈ ਇਲੈਕਟ੍ਰਿਕ ਗੀਜ਼ਰ ਹੋ ਗਿਆ, ਇਲੈਕਟ੍ਰਿਕ ਗੀਜ਼ਰ, ਰੂਮ ਹੀਟਰ ਹੋ ਗਿਆ, ਇਲੈਕਟ੍ਰਿਕ ਇਹ ਸਾਰੇ ਇਲੈਕਟ੍ਰਿਕ ਓਵਨ ਵਗੈਰਾ ਸਾਰੇ ਜਿਹੜੇ ਨਾਮ ਤੁਸੀਂ ਨੋਟ ਡਾਊਨ ਕਰ ਲੈਣੇ ਆ। ਠੀਕ ਹੈ, ਇਲੈਕਟ੍ਰਿਕ ਟੋਸਟਰ ਹੋ ਗਿਆ। ਠੀਕ ਹੈ, ਉਸ ਤੋਂ ਬਾਅਦ 4th ਫੈਨ ਮੋਟਰਸ, ਰੇਡੀਓ ਜੋ ਵੀ ਹੈਗੇ ਆ। ਠੀਕ ਹੈ, 6 ਜਿਹੜਾ ਅਸੀਂ ਨਹੀਂ ਕਰਨਾ ਹੈਗਾ, ਇਹਨੂੰ ਤੁਸੀਂ ਕੱਟ ਦਿਓ। ਠੀਕ ਹੈ, ਉਸ ਤੋਂ ਬਾਅਦ ਆ ਗਏ ਸ਼ਾਰਟ ਆਨਸਰ ਕੁਐਸਚਨਸ ਜਿਹੜੇ। ਫਸਟ ਹੈਗਾ ਡਿਫਾਈਨ ਓਪਨ ਸਰਕਟ ਐਂਡ ਕਲੋਜ਼ ਸਰਕਟ। ਓਪਨ ਔਰ ਕਲੋਜ਼ ਸਰਕਟ ਦਾ ਜਿਹੜਾ ਦੇਖੋ, ਇਹਦੇ ਲਈ ਤੁਸੀਂ ਪੇਜ ਨੰਬਰ ਓਪਨ ਕਰਨਾ ਹੈ। ਹਾਂਜੀ, ਪੇਜ ਨੰਬਰ 138 ਤੇ ਵੈਨ ਦਾ ਸਵਿਚ ਤੋਂ ਲੈ ਕੇ ਕਲੋਜ਼ ਸਰਕਟ ਤੱਕ ਜਿਹੜੀ ਕਲੋਜ਼ ਸਰਕਟ ਦੀ ਡੈਫੀਨੇਸ਼ਨ ਦੇ ਦੇਣੀ ਹੈ। ਉਸ ਤੋਂ ਬਾਅਦ ਇਹਦੇ ਹੀ ਉੱਪਰ ਥੋੜ੍ਹਾ ਜਿਹਾ ਵੈਨ ਦਾ ਸਵਿਚ ਤੋਂ ਲੈ ਕੇ ਓਪਨ ਸਰਕਟ ਤੱਕ ਇਹ ਓਪਨ ਸਰਕਟ ਦੀ ਡੈਫੀਨੇਸ਼ਨ ਦੇ ਦੇਣੀ। ਮਤਲਬ ਇੱਕ ਦਾ ਹੀ ਆਨਸਰ ਹੈ, ਇਹ ਦੋਨੋਂ ਲਿਖਣੇ ਆ, ਓਪਨ ਔਰ ਕਲੋਜ਼ ਦੀ ਡੈਫੀਨੇਸ਼ਨ। ਠੀਕ ਹੈ, ਨੈਕਸਟ ਉਸ ਤੋਂ ਬਾਅਦ ਵਟ ਇਜ਼ ਯੋਲ ਹੀਟਿੰਗਸ। ਇਹਦੇ ਲਈ ਪੇਜ ਨੰਬਰ ਤੁਸੀਂ ਓਪਨ ਕਰਨਾ ਹੈ 139। ਠੀਕ ਹੈ, ਇਹਦੇ ਵਿੱਚ ਦਾ ਹੀਟਰ ਐਲੀਮੈਂਟਸ ਤੋਂ ਲੈ ਕੇ ਤੁਸੀਂ ਕੱਟ ਦੇਣਾ ਹੈ, ਜੋ ਮੈਂ ਜਿੱਥੇ ਲਾਈਨ ਲਗਾਈ ਹੋਈ ਹੈ ਜੋਲ ਹੀਟਿੰਗ ਤੱਕ ਤੁਸੀਂ ਇਹਦਾ ਆਨਸਰ ਲਿਖਣਾ ਹੈ। ਠੀਕ ਹੈ, ਨੈਕਸਟ ਥਰਡ ਦਾ ਆਨਸਰ ਇਨ ਵਟ ਵੇ ਇਲੈਕਟ੍ਰਿਕ ਬਲਬ, ਜਿਹੜਾ ਇਲੈਕਟ੍ਰਿਕ ਬਲਬ ਹੁੰਦਾ ਹੈ ਉਹ ਕਿੱਦਾਂ ਡਿਫਰੈਂਟ ਹੁੰਦਾ LED ਤੋਂ। ਠੀਕ ਹੈ, ਲਾਈਟ ਐਮਿਟਿੰਗ ਡਾਇਓਡ ਤੋਂ ਬਲਬ ਕਿੱਦਾਂ ਡਿਫਰੈਂਟ ਹੁੰਦਾ, ਇਹਦੇ ਲਈ ਤੁਸੀਂ ਆਨਸਰ ਕਰਨਾ 140 ਪੇਜ ਤੇ ਇਹ ਵਾਲਾ। LED ਇਜ਼ ਸਿਮਿਲਰ ਟੂ ਬਲਬ। ਕਹਿੰਦੇ LED ਹੁੰਦੀ ਤਾਂ ਸਿਮਿਲਰ ਜਾਂ ਬਲਬ ਦੀ ਤਰ੍ਹਾਂ ਹੁੰਦੀ, ਬਟ ਰਿਕੁਆਇਰ ਸਮੋਲਰ ਅਮਾਊਂਟ ਆਫ ਕਰੰਟ। ਬਟ ਇਹਦੇ ਵਿੱਚ ਜਿਹੜਾ ਆ ਕਰੰਟ ਦੀ ਜਿਹੜੀ ਅਮਾਊਂਟ ਹੈ ਉਹ ਘੱਟ ਹੁੰਦੀ ਹੈ ਕਿਹਦੇ ਨਾਲੋਂ? ਇਲੈਕਟ੍ਰਿਕ ਬਲਬ ਦੇ ਨਾਲੋਂ। ਠੀਕ ਹੈ, ਬਲਬ ਇਮਿਟਿੰਗ ਦਾ ਸੇਮ ਅਮਾਊਂਟ ਆਫ ਲਾਈਟ, ਬਟ ਇਹਦੇ ਵਿੱਚ ਜਿਹੜੀ ਲਾਈਟ ਆ ਉਹ ਤਾਂ ਸੇਮ ਹੀ ਇਮਿਟ ਹੁੰਦੀ ਆ ਐਂਡ ਰਨਸ ਐਜ਼ ਵੈਰੀ ਲੋ ਵੋਲਟੇਜ, ਬਟ ਜਿਹੜੀ ਉਹਦੀ ਵੋਲਟੇਜ ਹੁੰਦੀ ਆ ਉਹ ਬਹੁਤ ਹੀ ਘੱਟ ਹੁੰਦੀ ਹੈ। ਠੀਕ ਹੈ, LED ਦੇ ਵਿੱਚ। ਨੈਕਸਟ ਉਸ ਤੋਂ ਬਾਅਦ ਹਾਂਜੀ ਬੱਚੇ, ਇਹ ਵੀ ਤੁਸੀਂ ਥੋੜ੍ਹਾ ਸਮਝ ਲਓ। ਓਪਨ ਸਰਕਟ ਔਰ ਕਲੋਜ਼ ਸਰਕਟ ਕੀ ਹੁੰਦਾ? ਵੈਨ ਸਵਿਚ ਇਜ਼ ਕਲੋਜ਼ ਕਰੰਟ ਫਲੋ ਥਰੂ ਅ ਸਰਕਟ ਐਂਡ ਐਪਲੀਐਂਸ ਵਰਕਸ। ਜਦੋਂ ਮਤਲਬ ਕਿ ਸਵਿਚ ਕੀ ਕਰ ਦਿੰਦੇ ਹਾਂ ਆਪਾਂ, ਬੰਦ ਕਰ ਦਿੰਦੇ ਹਾਂ। ਦੇਖੋ ਆਪਣੇ ਘਰਾਂ ਦੇ ਵਿੱਚ ਵੀ ਜਦੋਂ ਅਸੀਂ ਸਵਿਚ ਆਫ ਹੀ ਕਰ ਦਿੰਦੇ ਹਾਂ ਕਰੰਟ ਫਲੋ ਹੁੰਦਾ ਨਹੀਂ। ਠੀਕ ਹੈ, ਉਹ ਕੀ ਹੋ ਜਾਂਦਾ? ਕਲੋਜ਼ ਸਰਕਟ। ਇਸੇ ਤਰ੍ਹਾਂ ਓਪਨ ਸਰਕਟ ਕੀ ਹੁੰਦਾ ਹੈ? ਜਦੋਂ ਅਸੀਂ ਸਵਿਚ ਨੂੰ ਓਪਨ ਕਰ ਦਿੰਦੇ ਹਾਂ ਦੈਨ ਕਰੰਟ ਫਲੋ ਹੁੰਦਾ ਹੈ। ਠੀਕ ਹੈ, ਔਰ ਜਿਹੜਾ ਹੈ ਇਹ ਮੈਂ ਉਲਟਾ ਦੱਸ ਗਈ। ਠੀਕ ਹੈ, ਸਵਿਚ ਇਜ਼ ਓਪਨ, ਜਦੋਂ ਅਸੀਂ ਸਵਿਚ ਨੂੰ ਓਪਨ ਕਰ ਦਿੰਦੇ ਹਾਂ ਦੈਨ ਜਿਹੜਾ ਕਰੰਟ ਆ ਉਹ ਓਪਨ ਹੋ ਜਾਂਦਾ ਅਤੇ ਫਲੋ ਆਫ ਕਰੰਟ ਸਟੋਪ ਹੋ ਜਾਂਦਾ। ਠੀਕ ਹੈ, ਔਰ ਜਦੋਂ ਅਸੀਂ ਉਹਨੂੰ ਕਲੋਜ਼ ਕਰ ਦਿੰਦੇ ਹਾਂ ਉਦੋਂ ਕੀ ਹੁੰਦਾ ਹੈ? ਕਰੰਟ ਦਾ ਫਲੋ ਹੁੰਦਾ ਹੈ ਔਰ
ਜਿਹੜਾ ਬਲਬ ਆ ਗਲੋ ਕਰਦਾ ਹੈ, ਠੀਕ ਹੈ। ਜਿਸ ਤਰ੍ਹਾਂ ਦੇਖੋ ਇਹ ਓਪਨ ਸਰਕਟ ਦਾ, ਓਪਨ ਸਰਕਟ ਦੇ ਵਿੱਚ ਕੀ ਹੋ ਜਾਂਦਾ ਹੈ, ਇਹ ਓਪਨ ਹੋ ਗਿਆ, ਇਹਨੂੰ ਮੈਚ ਨਹੀਂ ਨਾ ਕੀਤਾ, ਔਰ ਕਲੋਜ਼ ਦੇ ਵਿੱਚ ਇਹਨੂੰ ਮੈਚ ਕਰ ਦਿੱਤਾ, ਇਹਦੇ ਨਾਲ ਬਲਬ ਗਲੋ ਕਰਨਾ ਹੈ, ਬਟ ਇਹਦੇ ਨਾਲ ਬਲਬ ਗਲੋ ਨਹੀਂ ਕਰਨਾ, ਠੀਕ ਹੈ। ਨੈਕਸਟ ਹੈਗਾ ਆ, ਵਾਈ ਡਜ਼ ਦ ਇਲੈਕਟ੍ਰਿਕ ਬਲਬ ਗੈਟ ਹੌਟ ਇਫ ਇਟ ਇਜ਼ ਸਵਿਚਡ ਔਨ ਆਫ, ਮਤਲਬ ਕਿ ਜਦੋਂ ਅਸੀਂ ਇਲੈਕਟ੍ਰਿਕ ਬਲਬ ਨੂੰ ਜ਼ਿਆਦਾ ਟਾਈਮ ਤੱਕ ਔਨ ਰਹਿਣ ਦਿੰਦੇ ਹਾਂ, ਜ਼ਿਆਦਾ ਉਹ ਗਰਮ ਕਿਉਂ ਹੋ ਜਾਂਦਾ ਹੈ। ਦੇਖੋ ਇਹਦਾ ਕਾਰਨ ਕੀ ਹੈ, ਇਹਦਾ ਪੇਜ ਨੰਬਰ 139 ਤੇ ਤੁਸੀਂ ਓਪਨ ਕਰ ਲੈਣਾ ਹੈ। ਦਿਸ ਇਜ਼ ਬਿਕੋਜ਼ ਵੈਨ ਅ ਕਰੰਟ ਫਲੋ ਥਰੂ ਦਾ ਫਿਲਾਮੈਂਟਸ, ਜਦੋਂ ਮਤਲਬ ਕਰੰਟ ਜਿਹੜਾ ਫਲੋ ਕਰਦਾ ਹੈ ਫਿਲਾਮੈਂਟ ਦੇ ਵਿੱਚੋਂ, ਫਿਲਾਮੈਂਟ ਦੇ ਥਰੂ, ਠੀਕ ਹੈ, ਅ ਪਾਰਟ ਆਫ ਇਲੈਕਟ੍ਰਿਕ ਐਨਰਜੀ ਗੈਟਸ ਕਨਵਰਟਡ, ਜਿਹੜੀ ਇਲੈਕਟ੍ਰਿਕ ਐਨਰਜੀ ਉਹ ਕਨਵਰਟ ਕਿਹਦੇ ਵਿੱਚ ਹੋ ਜਾਂਦੀ ਹੈ, ਹੀਟ ਐਨਰਜੀ ਦੇ ਵਿੱਚ, ਠੀਕ ਹੈ। ਤਾਂ ਕਰਕੇ ਕੀ ਹੁੰਦਾ ਹੈ, ਬਲਬ ਹੌਟ ਕਰਦਾ ਹੈ, ਗਰਮ ਹੋ ਜਾਂਦਾ ਹੈ, ਠੀਕ ਹੈ। ਨੈਕਸਟ ਉਸ ਤੋਂ ਬਾਅਦ, ਵਟ ਆਰ ਦਾ ਫੈਕਟਰਸ ਔਨ ਵਿਚ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ ਡਿਪੈਂਡਸ, ਕਿਹੜੇ ਫੈਕਟਰ ਆ ਜਿਹਦੇ ਤੇ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ ਡਿਪੈਂਡ ਕਰਦਾ ਹੈ। ਇਹਦੇ ਲਈ ਆਨਸਰ ਤੁਸੀਂ ਕਰਨਾ ਹੈ ਦ ਰੈਜ਼ਿਸਟੈਂਸ ਆਰ, ਟਾਈਮ ਆ, ਔਰ ਦ ਅਮਾਊਂਟ ਆਫ ਕਰੰਟ ਹੈ, ਠੀਕ ਹੈ। ਇਹ ਤਿੰਨੋਂ ਪੁਆਇੰਟਸ ਹੈ ਇਹਦੇ ਲਈ, ਠੀਕ ਹੈ। ਰੈਜ਼ਿਸਟੈਂਸ ਉਹਦੇ ਲਈ ਆਰ ਲਿਖਣਾ ਹੈ, ਟਾਈਮ ਲਈ ਟੀ ਲਿਖਣੀ ਹੈ, ਅਮਾਊਂਟ ਆਫ ਕਰੰਟ ਲਈ ਆਈ ਲਿਖਣੀ ਹੈ, ਠੀਕ ਹੈ। ਨੈਕਸਟ ਉਸ ਤੋਂ ਬਾਅਦ 6 ਦੇ ਵਿੱਚ ਹੈਗਾ, ਹਾਊ ਆਰ ਇਲੈਕਟ੍ਰੋਮੈਗਨੈਟਸ ਪ੍ਰਪੇਅਰ, ਇਲੈਕਟ੍ਰੋਮੈਗਨੈਟਸ ਨੂੰ ਕਿੱਦਾਂ ਪ੍ਰਪੇਅਰ ਕੀਤਾ ਜਾਂਦਾ, ਉਹਦੇ ਲਈ ਤੁਸੀਂ ਇਹ ਆਨਸਰ ਸਾਰਾ ਉਤਾਰ ਲੈਣਾ। ਇਲੈਕਟ੍ਰੋਮੈਗਨੈਟਸ ਯੂਜ਼ਲੀ ਕੰਸਿਸਟ ਆਫ ਵਾਇਰ ਵਾਊਂਡ ਇਨਟੂ ਕੋਲ, ਇਹਦੇ ਵਿੱਚ ਇੱਕ ਵਾਇਰ ਹੁੰਦੀ ਹੈ ਜਿਹੜੀ ਕਿ ਕੋਲ ਦੇ ਉੱਪਰ ਲੱਗੀ ਹੁੰਦੀ ਹੈ, ਠੀਕ ਹੈ। ਦ ਵਾਇਰ ਦ ਟਰਨਸ ਆਰ ਓਪਨ, ਠੀਕ ਹੈ। ਉਸ ਤੋਂ ਬਾਅਦ ਦਾ ਵਾਇਰ ਟਰਨਸ ਆਰ ਓਫਨਸ ਵਾਊਂਡ ਅਰਾਊਂਡ, ਇਹਦੇ ਤੇ ਇੱਕ ਵਾਇਰ ਹੋਰ ਲੱਗੀ ਹੁੰਦੀ ਹੈ, ਠੀਕ ਹੈ, ਮੈਗਨੈਟਿਕ ਕੋਰ ਦੀ ਹੁੰਦੀ ਹੈ, ਜਿਹੜੀ ਮੇਡ ਕਿਹਦੇ ਤੋਂ ਹੁੰਦੀ ਹੈ, ਇਸ ਤੋਂ, ਠੀਕ ਹੈ, ਮਟੀਰੀਅਲਸ ਤੋਂ, ਜਿਹਨੂੰ ਆਪਾਂ ਆਇਰਨ ਵੀ ਬੋਲ ਦਿੰਦੇ ਹਾਂ, ਠੀਕ ਹੈ। ਉਸ ਤੋਂ ਬਾਅਦ 7 ਹੈਗਾ ਆ, ਡਿਫਰੈਂਸ਼ੀਏਟ ਬਿਟਵੀਨ ਕੰਡਕਟਰ ਐਂਡ ਇੰਸੂਲੇਟਰਸ, ਇੰਸੂਲੇਟਰ ਔਰ ਕੰਡਕਟਰਸ ਕਿਹੜੇ ਹੁੰਦੇ ਆ, ਉਹਨਾਂ ਦੇ ਵਿੱਚ ਡਿਫਰੈਂਸ ਹੁੰਦਾ ਹੈ। ਕੰਡਕਟਰ ਅਲਾਉ ਦਾ ਐਨਰਜੀ, ਜੇ ਕੰਡਕਟਰ ਕੀ ਹੁੰਦੇ ਆ, ਜਿਹੜੇ ਕਿ ਆਪਣੇ ਵਿੱਚੋਂ ਐਨਰਜੀ ਨੂੰ ਪਾਸ ਹੋਣ ਦਿੰਦੇ ਆ, ਜਾਂ ਕਰੰਟ ਨੂੰ ਪਾਸ ਹੋਣ ਦਿੰਦੇ, ਜਾਂ ਹੀਟ ਨੂੰ ਪਾਸ ਹੋਣ ਦਿੰਦੇ ਆ, ਉਹਨੂੰ ਕੀ ਬੋਲਦੇ, ਕੰਡਕਟਰ। ਇੰਸੂਲੇਟਰ ਕੀ ਹੁੰਦੇ ਆ, ਜਿਹਦੇ ਵਿੱਚ ਕੀ ਹੁੰਦਾ ਹੈ, ਉਹ ਅਲਾਉ ਨਹੀਂ ਕਰਦੇ ਹੈਗੇ, ਪਾਸ ਨਹੀਂ ਹੋਣ ਦਿੰਦੇ ਐਨਰਜੀ ਨੂੰ, ਠੀਕ ਹੈ, ਉਹ ਕੀ ਹੁੰਦੇ, ਇੰਸੂਲੇਟਰ, ਠੀਕ ਹੈ। ਇਹ ਛੋਟਾ ਜਿਹਾ ਡਿਫਰੈਂਸ ਹੈਗਾ। ਨੈਕਸਟ ਉਸ ਤੋਂ ਬਾਅਦ ਲੌਂਗ ਦੇ ਵਿੱਚ ਅਸੀਂ ਕੀ ਕਰਨਾ ਹੈ, ਫਸਟ ਕੁਐਸਚਨ ਕਰਨਾ ਹੈ ਔਰ ਫੋਰਥ ਕੁਐਸਚਨ ਕਰਨਾ ਹੈ, ਔਰ ਠੀਕ ਹੈ, ਬਸ 2 ਹੀ ਕੁਐਸਚਨ ਕਰਨੇ ਨੇ। ਫਸਟ ਹੈਗਾ, ਵਟ ਡੂ ਯੂ ਮੀਨ ਬਾਈ ਇਲੈਕਟ੍ਰਿਕ ਕਰੰਟ ਸਰਕਟ, ਸੌਰੀ, ਵਟ ਇਜ਼ ਦ ਡਿਫਰੈਂਸ ਬਿਟਵੀਨ ਓਪਨ ਐਂਡ ਕਲੋਜ਼। ਸਭ ਤੋਂ ਪਹਿਲਾਂ ਤਾਂ ਤੁਸੀਂ ਇਲੈਕਟ੍ਰਿਕ ਸਰਕਟ ਦੀ ਡੈਫੀਨੇਸ਼ਨ ਲਿਖਣੀ ਹੈ, ਉਸ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਓਪਨ ਔਰ ਕਲੋਜ਼ ਦੇ ਆਨਸਰ ਲਿਖਾਇਆ ਸੀਗਾ, ਡਿਫਾਈਨ ਓਪਨ ਐਂਡ ਕਲੋਜ਼ ਸਰਕਟ, ਉਹੀ ਤੁਸੀਂ ਇੱਥੇ ਲਿਖ ਦੇਣਾ ਹੈ, ਠੀਕ ਹੈ। ਦੇਖੋ ਪੇਜ ਨੰਬਰ ਜਿਹੜਾ ਤੁਸੀਂ ਓਪਨ ਕਰ ਲੈਣਾ, ਉਹੀ ਇਲੈਕਟ੍ਰਿਕ ਸਰਕਟ ਵਾਲਾ ਪੇਜ ਨੰਬਰ 138, ਇਹਦੇ ਵਿੱਚ ਇਲੈਕਟ੍ਰਿਕ ਸਰਕਟ ਜਿਹੜਾ ਇੱਥੋਂ ਤੱਕ ਲਿਖਣਾ ਹੈ। ਇਲੈਕਟ੍ਰਿਕ ਸਰਕਟ ਇਜ਼ ਕਲੋਜ਼ ਕੰਡਕਟਿੰਗ ਪਾਥ ਕੰਸਿਸਟਿੰਗ ਆਫ ਸੈੱਲ ਬੈਟਰੀ ਆ ਬਲਬ, ਯਾਨੀ ਕਿ ਇਲੈਕਟ੍ਰਿਕ ਸਰਕਟ ਕੀ ਹੁੰਦਾ ਹੈ, ਇੱਕ ਕਲੋਜ਼ਡ ਕਹਿੰਦੇ ਕੰਡਕਟਿੰਗ ਪਾਥ ਹੁੰਦਾ ਹੈ, ਜਿਹਦੇ ਵਿੱਚ ਸੈੱਲ ਹੁੰਦਾ ਜਾਂ ਬੈਟਰੀ ਹੁੰਦੀ ਜਾਂ ਬਲਬ ਹੁੰਦਾ ਹੈ, ਕੀ ਹੁੰਦੀ ਹੈ ਇੱਕ ਇਨ ਵਿੱਚ ਇਲੈਕਟ੍ਰਿਕ ਕਰੰਟ, ਜਿਹਦੇ ਵਿੱਚੋਂ ਦੀ ਇਲੈਕਟ੍ਰਿਕ ਕਰੰਟ ਜਿਹੜਾ ਫਲੋ ਕਰਦਾ ਹੈ। ਉਸ ਤੋਂ ਬਾਅਦ ਤੁਸੀਂ ਓਪਨ ਕਲੋਜ਼ ਦਾ ਲਿਖ ਦੇਣਾ ਹੈ ਔਰ ਓਪਨ ਦਾ ਲਿਖ ਦੇਣਾ ਹੈ ਸਾਰਾ, ਠੀਕ ਹੈ। ਨੈਕਸਟ ਉਸ ਤੋਂ ਬਾਅਦ ਨੈਕਸਟ ਹੈਗਾ ਆ, what is the electromagnets, name some devices in which it is used, mention way by which you can increase the magnetic field product by cool, ਠੀਕ ਹੈ। ਇਹਦਾ ਆਨਸਰ ਜਿਹੜਾ ਹੈ ਤੁਸੀਂ ਪੇਜ ਨੰਬਰ 142 ਦੇ ਵਿੱਚ ਕਰਨਾ ਹੈ। a long lengthy wounded helical coil of metallic wire containing soft iron in its core is called electromagnets, ਠੀਕ ਹੈ। ਇਹਦੇ ਵਿੱਚ ਯੂਜ਼ਸ ਤੁਸੀਂ 2 ਦੱਸ ਦੇਣੇ ਆ, ਆਹ ਵਾਲੇ ਜਿਹੜੇ ਮੈਂ ਟਿਕ ਕੀਤੇ ਆ, ਔਰ ਉਸ ਤੋਂ ਬਾਅਦ ਇਹਦੀ ਸਟਰੈਂਥ ਦੱਸਣੀ ਹੈ ਕਿਉਂ ਕਿੱਦਾਂ ਇਨਕਰੀਜ਼ ਹੁੰਦੀ ਹੈ, ਇੱਥੋਂ ਲੈ ਕੇ ਸਾਰਾ ਤੁਸੀਂ ਇੱਥੇ ਤੱਕ ਕਰਨਾ, ਠੀਕ ਹੈ। ਕਿੱਦਾਂ ਇਹਦੀ ਇਨਕਰੀਜ਼ ਹੁੰਦੀ ਹੈ ਸਟਰੈਂਥ, ਕਿ ਇਹਦੇ ਤੋਂ ਨੰਬਰ ਆਫ ਟਰਨਸ ਆਫ ਦਾ, ਜਿੰਨੀਆਂ ਜ਼ਿਆਦਾ ਉਹਦੀਆਂ ਮਤਲਬ ਕਿ ਨੰਬਰ ਆਫ ਟਰਨਸ ਜਿਹੜੀਆਂ ਜ਼ਿਆਦਾ ਹੋਣਗੀਆਂ ਕੋਲ ਪਰ ਯੂਨਿਟ ਲੈਂਥ ਦੀਆਂ, ਜਾਂ ਫਿਰ ਉਹਦੇ ਵਿੱਚ ਉਹਦੀ ਪਾਸ ਹੋਣ ਵਾਲਾ ਕਰੰਟ ਜਿਹੜਾ ਹੈ ਜ਼ਿਆਦਾ ਹੋ ਜਾਵੇ, ਵਧਾ ਦਿੱਤਾ ਜਾਵੇ। ਦਾ ਨੇਚਰ ਆਫ ਕੋਰ ਮਟੀਰੀਅਲ, ਠੀਕ ਹੈ, ਜਾਂ ਉਹਦੇ ਨੇਚਰ 'ਤੇ ਡਿਪੈਂਡ ਕਰਦਾ ਕੋਰ ਮਟੀਰੀਅਲ 'ਤੇ, ਠੀਕ ਹੈ। ਉਸ ਤੋਂ ਬਾਅਦ ਇਹ ਯੂਜ਼ ਕਿੱਥੇ ਕਿੱਥੇ ਹੁੰਦੀ, ਕ੍ਰੇਨਸ ਦੇ ਵਿੱਚ ਹੁੰਦੀ ਹੈ, ਹੈਵੀ ਲੋਡ ਜਿਹੜੀਆਂ ਉਠਾਉਂਦੀਆਂ ਨੇ, ਔਰ ਇਲੈਕਟ੍ਰਿਕ ਬੈਲ ਦੇ ਵਿੱਚ, ਟੈਲੀਗ੍ਰਾਫਿਕ ਦੇ ਵਿੱਚ, ਟੈਲੀਫੋਨਿਕ ਸਿਸਟਮ ਦੇ ਵਿੱਚ ਹੁੰਦੀ, ਸਪੀਕਰ ਆਡੀਓ ਵੀਡੀਓ ਟੇਪ ਰਿਕਾਰਡਿੰਗ ਦੇ ਵਿੱਚ ਵੀ ਹੋ ਜਾਂਦੀ ਹੈ, ਠੀਕ ਹੈ। ਨੈਕਸਟ ਉਸ ਤੋਂ ਬਾਅਦ ਤੁਸੀਂ ਮੈਂ 8th ਕੁਐਸਚਨ ਤੁਹਾਨੂੰ ਸਮਝਾਇਆ ਨਹੀਂ ਸੀ, ਇਟ ਸਕਿਪ ਹੋ ਗਿਆ ਮੇਰੇ ਤੋਂ। ਡਸ ਦਾ ਬਲਬ ਗਲੋ ਇਨ ਵਿਚ ਆਫ ਦਾ ਫੋਲੋਇੰਗ ਅਰੇਂਜਮੈਂਟ, ਦੇਖੋ ਇਹਦੇ ਵਿੱਚ ਬਲਬ ਗਲੋ ਕਰੇਗਾ, ਇਹ ਦੇਖੋ ਇਹ ਓਪਨ ਹੈ ਕਿ ਕਲੋਜ਼ ਹੈ, ਇਹ ਓਪਨ ਹੈ, ਠੀਕ ਹੈ। ਸੋ ਇਹਦੇ ਵਿੱਚ ਬਲਬ ਗਲੋ ਨਹੀਂ ਕਰੇਗਾ, ਸੋ ਇਹਦਾ ਆਨਸਰ ਕੀ ਆਏਗਾ, ਨੋ। ਔਰ ਇਹਦੇ ਵਿੱਚ ਕੀ ਹੈ, ਪਲਾਸਟਿਕ ਦਾ ਸਪੂਨ ਲਗਾ ਦਿੱਤਾ ਇੱਥੇ, ਪਲਾਸਟਿਕ ਦੇ ਸਪੂਨ ਦੇ ਵਿੱਚੋਂ ਦੀ ਕਰੰਟ ਫਲੋ ਹੋਏਗਾ, ਨੋ, ਸੋ ਇਹਦਾ ਆਨਸਰ ਵੀ ਨੋ ਆਏਗਾ। ਉਸ ਤੋਂ ਬਾਅਦ ਤੁਸੀਂ ਇਹ ਡਾਇਗਰਾਮ ਕੁਛ ਬਣਾਉਣੇ ਆ, ਡਰਾ ਆਰ ਲੇਬਲ ਆ ਸਰਕਟ ਯੂਜ਼ਿੰਗ ਕਰੰਟ ਸਿੰਬਲਸ, ਸਰਕਟ ਸਭ ਤੋਂ ਪਹਿਲਾਂ ਸਰਕਟ ਯੂਜ਼ਿੰਗ ਸਰਕਟ ਸਿੰਬਲਸ,
ਇਹਦੇ ਲਈ ਤੁਸੀਂ ਇਹ ਓਪਨ ਸਰਕਟ ਔਰ ਕਲੋਜ਼ ਸਰਕਟ ਦਾ ਡਾਇਗਰਾਮ ਤੁਸੀਂ ਡਰਾ ਕਰ ਲੈਣਾ ਹੈ, ਠੀਕ ਹੈ। ਨੈਕਸਟ ਉਸ ਤੋਂ ਬਾਅਦ ਹੈਗਾ ਫਿਊਜ਼ ਦਾ ਡਾਇਗਰਾਮ ਤੁਸੀਂ ਰਹਿਣ ਦਿਓ, ਇਲੈਕਟ੍ਰੋਮੈਗਨੇਟਸ ਦਾ ਵੀ ਰਹਿਣ ਦਿਓ, ਇਲੈਕਟ੍ਰਿਕ ਬੈਲ ਜਿਹੜੀ ਉਹ ਵੀ ਰਹਿਣ ਦਿਓ। ਇਲੈਕਟ੍ਰਿਕ ਬੈਲ ਦਾ ਦੇਖ ਲਓ ਤੁਸੀਂ, ਇਲੈਕਟ੍ਰਿਕ ਬੈਲ ਇਸ ਤਰ੍ਹਾਂ ਦੀ ਹੁੰਦੀ ਹੈ, ਕੁਛ ਡਰਾ ਕਰ ਲਿਓ, ਨਹੀਂ ਤਾਂ ਇੱਕ ਇਹਨਾਂ ਵਿੱਚੋਂ ਸਵਿਚ ਔਨ ਇਹਦੇ ਵਿੱਚੋਂ ਇੱਕ ਡਰਾ ਕਰ ਲਿਓ, ਠੀਕ ਹੈ। ਜਿਸ ਤਰ੍ਹਾਂ ਇਹ ਵਾਲੀ ਡਰਾ ਕਰ ਲਈ ਤੁਸੀਂ, ਸਵਿਚ ਆਫ ਵਾਲੀ, ਇੱਕ ਸਵਿਚ ਆਫ ਵਾਲੀ, ਇੱਕ ਸਵਿਚ ਔਨ ਵਾਲੀ ਡਰਾ ਕਰ ਲਿਓ, ਇਲੈਕਟ੍ਰਿਕ ਬੈਲ। ਉਸ ਤੋਂ ਬਾਅਦ ਆ ਗਏ ਆਪਣੇ ਕੋਲ ਇਹ ਸਾਰੇ ਦੇ ਸਾਰੇ ਤੁਸੀਂ ਕੰਪੋਨੈਂਟਸ ਜਿਹੜੇ ਆ, ਇਹ ਸਾਰੇ ਦਾ ਸਾਰਾ ਤੁਸੀਂ ਡਰਾ ਕਰਨਾ ਹੈ, ਠੀਕ ਹੈ। ਠੀਕ ਹੈ, ਇਹ ਵਾਲਾ ਸਾਰੇ ਦਾ ਸਾਰਾ ਤੁਸੀਂ ਡਰਾ ਕਰਨਾ ਹੈ। ਉਸ ਤੋਂ ਬਾਅਦ ਫਿਊਜ਼ ਦਾ ਵੀ ਤੁਸੀਂ ਡਰਾ ਕਰ ਹੀ ਲੈਣਾ, ਠੀਕ ਹੈ। ਇਲੈਕਟ੍ਰਿਕ ਫਿਊਜ਼ ਜਿਹੜਾ ਇਸ ਤਰ੍ਹਾਂ ਦਾ ਹੈ, ਇਹਨੂੰ ਵੀ ਤੁਸੀਂ ਡਰਾ ਕਰਨਾ। ਇੱਕ ਡਾਇਗਰਾਮ ਇੰਪੋਰਟੈਂਟ ਨੇ, ਸੋ ਸਾਰੇ ਦੇ ਸਾਰੇ ਤੁਸੀਂ ਡਰਾ ਕਰ ਲੈਣੇ, ਜੋ ਮੈਂ ਦੱਸੇ ਨੇ ਉਹੀ ਸਿਰਫ ਡਰਾ ਕਰ ਲੈਣੇ। ਇੱਕ ਫਸਟ, ਸੈਕਿੰਡ, ਇੱਕ ਫੋਰਥ, ਥਰਡ ਨਹੀਂ ਡਰਾ ਕਰਨਾ, ਇੱਕ ਸਾਰੇ ਪਲੱਗ ਕੀ, ਕਨੈਕਟਿੰਗ ਵਾਇਰ, ਬਲਬ, ਆ ਬੈਟਰੀ, ਆ ਸਵਿਚ, ਇਹ ਸਾਰੇ ਡਰਾ ਸਿੰਬਲ ਹੈ, ਇਹ ਸਿੰਬਲ ਹੈ, ਇਹਦੇ ਲਈ ਡਾਇਗਰਾਮ ਨਹੀਂ ਹੈਗੇ। ਇਹਦੇ ਲਈ ਤੁਸੀਂ ਸਿੱਧਾ ਬਸ ਇਹੀ ਡਰਾ ਕਰ ਲੈਣਾ ਜਿਹੜਾ ਤੁਹਾਨੂੰ ਮੈਂ ਦੱਸਿਆ, ਇਹ ਵਾਲਾ ਹੀ ਡਰਾ ਕਰ ਲੈਣਾ ਸਾਰਾ ਬਸ, ਠੀਕ ਹੈ। ਸੋ ਇਹ ਸੀਗਾ ਚੈਪਟਰ ਨੰਬਰ 14 ਤੁਹਾਡਾ ਇਲੈਕਟ੍ਰਿਕ ਦਾ। ਸੋ ਇਹਨੂੰ ਤੁਸੀਂ ਚੰਗੀ ਤਰ੍ਹਾਂ ਆਪਣੀ ਕਾਪੀ 'ਤੇ ਉਤਾਰ ਲੈਣਾ ਹੈ ਔਰ ਇਹਦੀ ਚੰਗੀ ਤਰ੍ਹਾਂ ਰਿਵੀਜ਼ਨ ਕਰਨੀ ਹੈ, ਲਰਨ ਕਰਨਾ ਹੈ। ਆਪਣੇ ਮੈਚਅਪ ਰਹਿ ਗਏ ਨੇ, ਇਹ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰ ਦਿਆਂਗੀ। ਬਾਕੀ ਤੁਸੀਂ ਜਿੰਨਾ ਤੁਹਾਨੂੰ ਦੱਸਿਆ ਤੁਸੀਂ ਸਾਰਾ ਕਰਨਾ ਹੈ, ਠੀਕ ਹੈ ਸਟੂਡੈਂਟਸ। ਓਕੇ, ਥੈਂਕ ਯੂ, ਹੈਵ ਅ ਨਾਈਸ ਡੇ।